वाहिगुरू जी का खालसा वाहिगुरू जी की फतेह जी। बहुत भला आप जी सारे अपना समा किसी महान बंदगी वाले की याद विच सफला कर रहे हो। सफला समा तद ही हुंदा है जब बंदगी वाले की संगत की जाए ते जां फिर बंदगी दे आले दे याद विच जुड़िया जाए। ਆਪਾਂ ਇਹਨਾਂ ਦਾ ਇੱਕ ਬਚਨ ਯਾਦ ਕਰ ਲੈਂਦੇ ਹਾਂ, ਬਾਕੀ ਤਾਂ ਕੱਲ ਯਾਦ ਕੀਤਾ ਸੀ। 18 ਲੱਖ ਦੇ ਕਰੀਬ ਇਹਨਾਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਗੁਰੂ ਕਲਗੀਧਰ ਪਿਤਾ ਜੀ ਦੇ ਨਾਲ ਜੋੜਿਆ, ਬੇਅੰਤ ਬੁਰਾਈਆਂ ਹਟਾ ਕੇ ਗੁਰਬਾਣੀ ਨਾਲ ਨਾਮ ਨਾਲ ਜੋੜੇ। ਅੱਜ ਇੱਕ ਆਪਾਂ ਇਹਨਾਂ ਦਾ ਛੋਟਾ ਜਿਹਾ ਬਚਨ ਯਾਦ ਕਰਦੇ ਹਾਂ। ਏਦਾਂ ਵੀ ਭਲਾ ਕਰਦੇ ਸਨ, ਡਿਊਟੀ ਤਾਂ ਉਹਨਾਂ ਦੀ ਉਹੀ ਸੀ ਕਿ ਸਭ ਨੂੰ ਬੁਰਾਈਆਂ ਤੋਂ ਹਟਾ ਕੇ ਨਾਮ ਨਾਲ ਜੋੜਨਾ, ਗੁਰਸਿੱਖੀ ਨਾਲ ਜੋੜਨਾ, ਅੰਮ੍ਰਿਤ ਦੀ ਦਾਤ ਬਖਸ਼ ਕੇ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਨਾ। ਉਹ ਤਾਂ ਕਰ ਹੀ ਰਹੇ ਸਨ। ਅੱਜ ਇੱਕ ਆਪਾਂ ਉਹਨਾਂ ਦਾ ਛੋਟਾ ਜਿਹਾ ਬਚਨ ਹੋਰ ਯਾਦ ਕਰ ਲੈਂਦੇ ਹਾਂ। ਇੱਕ ਵਾਰ ਮਸੂਰੀ ਦੀ ਸੰਗਤ ਨੇ ਆਪ ਜੀ ਨੂੰ ਬੇਨਤੀ ਕੀਤੀ ਕੁਝ ਦੀਵਾਨਾਂ ਦੀ ਕਿ ਮਹਾਰਾਜ ਪਹਾੜੀ ਇਲਾਕੇ ਵਿੱਚ ਵੀ ਸਾਨੂੰ ਸਿੱਖੀ ਨਾਲ ਜੋੜੋ, ਮੈਦਾਨੀ ਇਲਾਕੇ ਵਿੱਚ ਤਾਂ ਤੁਸੀਂ ਸੰਗਤ ਨੂੰ ਜੋੜ ਹੀ ਰਹੇ ਹੋ। ਉਹਨਾਂ ਦੀ ਬੇਨਤੀ ਮੰਨ ਕੇ ਆਪ ਜੀ ਮਸੂਰੀ ਪਹੁੰਚ ਗਏ। ਉੱਥੇ ਕੀਰਤਨ ਦੀਵਾਨਾਂ ਰਾਹੀਂ ਗੁਰਮਤਿ ਦਾ ਪ੍ਰਚਾਰ ਤੇ ਸਿੱਖੀ ਨਾਲ ਜੋੜਿਆ, ਜਿਨ੍ਹਾਂ ਦੇ ਚੰਗੇ ਭਾਗ ਸਨ। ਮਾੜੇ ਭਾਗਾਂ ਵਾਲੇ ਤਾਂ ਆਦਮੀ ਅੰਮ੍ਰਿਤ ਦੇ ਕੁੰਡ ਦੇ ਪਾਸ ਜਾ ਕੇ ਵੀ ਰਹਿ ਜਾਂਦੇ ਹਨ, ਚੰਗੇ ਭਾਗਾਂ ਵਾਲੇ ਹੀ ਫਾਇਦਾ ਉਠਾਉਂਦੇ ਹਨ। ਮਸੂਰੀ ਤੋਂ ਵਾਪਸ ਰਾੜੇ ਸਾਹਿਬ ਆਪ ਜੀ ਆਏ। ਪਹਿਲੇ ਇਹਨਾਂ ਦਾ ਇੱਕ ਅਰਦਲੀ ਸੀ, ਬਾਬਾ ਰੌਲਾ ਸਿੰਘ। ਉਹ ਬੜੀ ਸਾਦਗੀ ਵਿੱਚ ਰਹਿੰਦੇ ਸਨ, ਸਭ ਦਾ ਹੀ ਭਲਾ ਲੋਚਦੇ ਸਨ। ਅੱਠੇ ਪਹਿਰ ਸੇਵਾ ਸਿਮਰਨ ਵਿੱਚ ਆਪਣਾ ਸਮਾਂ ਬਤੀਤ ਕਰਦੇ ਸਨ। ਹਜੂਰ ਮਹਾਰਾਜ ਨੇ 1 ਵਜੇ ਉੱਠਦੇ ਸਨ ਤੇ ਉਹਦੇ ਥੋੜਾ ਪਹਿਲਾਂ ਉੱਠ ਕੇ ਕਹਿੰਦੇ, ਰੌਲਾ ਸਿੰਘ ਤਿਆਰੀ ਕਰ, ਛੇਤੀ ਕਰ, ਕੋਈ ਪਹਾੜੀ ਇਲਾਕੇ ਵਿੱਚ ਪ੍ਰੇਮੀ ਦੀਆਂ ਮੈਨੂੰ ਸਾਰੀ ਰਾਤ ਚੀਕਾਂ ਸੁਣੀ ਗਈਆਂ। ਮੈਨੂੰ ਆਰਾਮ ਨਹੀਂ ਕਰਨ ਦਿੱਤਾ ਗਿਆ। ਪਾਠ ਕਰਦੇ ਸਮੇਂ ਵੀ ਉਸਦੀਆਂ ਚੀਕਾਂ ਮੇਰੇ ਕੰਨਾਂ 'ਚ ਪਈ ਗਈਆਂ। ਚੱਲ ਬਈ ਤਿਆਰੀ ਕਰ, ਆਪਾਂ ਚੱਲਣਾ ਉੱਥੇ, ਕਸ਼ਮੀਰ ਪਹੁੰਚਣਾ। ਉੱਥੇ ਕੋਈ ਬੈਠਾ ਕੁਛ ਦਿਨਾਂ ਦਾ ਉੱਚੀ ਉੱਚੀ ਚੀਕਾਂ ਮਾਰਦਾ ਤੇ ਰੋਂਦਾ। ਆਪਾਂ ਉਹਦੀ ਖਬਰ ਲੈਣੀ ਆ। ਇਹ ਰੌਲਾ ਸਿੰਘ ਨੂੰ ਮੇਰਾ 150 ਵਿਗੇ ਜ਼ਮੀਨ ਆਉਂਦੀ ਸੀ ਦੁਬਲਾਣ। ਉਹ ਸਾਰੀ ਦੀ ਸਾਰੀ ਜ਼ਮੀਨ ਸਤਪੁਰਸ਼ਾਂ ਨੂੰ ਦੇ ਕੇ ਕਹਿੰਦਾ, ਮਹਾਰਾਜ ਆਹ ਇਲਾਕੇ ਦਾ ਵੀ ਭਲਾ ਕਰ ਦਿਓ, ਇੱਥੇ ਸਥਾਨ ਬਣਾ ਦਿਓ ਕੋਈ, ਆਲੇ ਦੁਆਲੇ ਦੇ ਸ਼ਹਿਰ ਪਟਿਆਲਾ ਨਾਭਾ ਜਿੰਨੇ ਵੀ ਹੈ ਪਿੰਡ, ਇਹਨਾਂ ਨੂੰ ਗੁਰੂ ਨਾਲ ਜੋੜ ਦਿਓ, ਕਿਰਪਾ ਕਰੋ। ਨਾ ਮੈਂ ਰਹਿਣਾ, ਨਾ ਮੇਰੀ ਕੋਈ ਜ਼ਮੀਨ ਨੇ ਰਹਿਣਾ, ਕਿਰਪਾ ਕਰੋ, ਆਹ ਮਨਜ਼ੂਰ ਕਰ ਲਓ। 150 ਵਿਗਾ ਜ਼ਮੀਨ ਸੀ ਤੇ ਸਾਰੀ ਦੀ ਸਾਰੀ ਉੱਥੇ ਦੁਬਲਾਣ ਗੁਰੂ ਘਰ ਬਣਿਆ ਹੋਇਆ।
ਉਹ ਸੇਵਾ ਕਰਦਾ ਸੀ, ਨਾਲ ਰਹਿੰਦਾ ਸੀ, ਬਾਬਾ ਰੌਲਾ ਸਿੰਘ ਸੀ ਉਹਦਾ ਨਾਮ। ਉਹਨੂੰ ਹੁਕਮ ਕੀਤਾ ਗੱਡੀ ਤਿਆਰ ਕਰ, ਆਪਾਂ ਚੱਲਣਾ ਹੈ। ਮੇਰੇ ਕੋਲੋਂ ਕਿਸੇ ਦੀਆਂ ਚੀਕਾਂ ਬਰਦਾਸ਼ਤ ਨਹੀਂ ਹੁੰਦੀਆਂ। ਉਹ ਬਹੁਤ ਉੱਚੀ ਉੱਚੀ ਰੋ ਰਿਹਾ ਪਹਾੜੀ ਇਲਾਕੇ ਵਿੱਚ, ਕਸ਼ਮੀਰ ਵਿੱਚ, ਤੇ ਵੀ ਰੌਲਾ ਸਿੰਘ ਜਾਣਾ ਹੀ ਪੈਣਾ। ਉਹ ਤਾਂ ਸਤਵਚਨ ਹੀ ਕਹਿੰਦਾ ਹੁੰਦਾ ਸੀ, ਸਤਵਚਨ ਮਹਾਰਾਜ। ਗੱਡੀ ਤਿਆਰ ਕੀਤੀ, ਕੁਝ ਸਿੰਘ ਨਾਲ ਜਿਹੜੇ ਜਾਂਦੇ ਸਨ ਚਲੇ ਗਏ। ਹਾਲੇ ਮਨਸੂਰੀ ਤੋਂ ਆਇਆ ਨੂੰ ਇੱਕ ਦਿਨ ਹੀ ਹੋਇਆ ਸੀ। ਉਸੇ ਦਿਨ ਸੁਬਾਹ ਦੀ ਗੱਲ ਹੈ, ਜਿਹੜਾ ਬਚਨ ਕੀਤਾ ਉਹਨਾਂ ਨੇ, ਰੌਲਾ ਸਿੰਘ ਮੈਨੂੰ ਸੌਣ ਨਹੀਂ ਦਿੰਦਾ ਕੋਈ, ਮੇਰੇ ਕੰਨਾਂ 'ਚ ਕੂਕਾਂ ਪੈਂਦੀਆਂ, ਚੀਕਾਂ ਪੈਂਦੀਆਂ। ਸਤਪੁਰਸ਼ ਇੱਥੋਂ ਚੱਲ ਪੈਂਦੇ ਹਨ। ਇਹਦੇ ਵਿੱਚ ਰਾਏਪੁਰ ਵਾਲਾ ਸਰਦਾਰ ਕਰਨੈਲ ਸਿੰਘ ਵੀ ਨਾਲ ਸੀ, ਜਿਨ੍ਹਾਂ ਦਾ ਲਟਕਾ ਜਗਦੇਵ ਸਿੰਘ ਜਾਂ ਜੱਗੀ ਇੰਗਲੈਂਡ ਵਿੱਚ 15 ਦੀਵਾਨ ਬਲੈਕ ਵੀਡੀਓ ਦੇ ਰੂਪ ਵਿੱਚ ਇਹਨਾਂ ਦੇ ਲਟਕੇ ਨੇ ਬਣਾਏ ਹੋਏ ਆ, ਜੋ ਆਪਾਂ ਸੁਣ ਸਕਦੇ ਹਾਂ। ਉਹਨਾਂ ਪਹਿਲੇ ਤਾਂ ਜ਼ਿਆਦਾ ਆਡੀਓ ਹੀ ਹੁੰਦੇ ਸੀ ਸਾਰੇ ਦੀਵਾਨ। ਇੱਥੋਂ ਚੱਲ ਕੇ ਊਧਮਪੁਰ ਜਾ ਕੇ ਆਰਾਮ ਕੀਤਾ, ਰਾੜੇ ਸਾਹਿਬ ਤੋਂ ਚੱਲ ਕੇ ਊਧਮਪੁਰ ਵਿੱਚ ਇੱਥੇ ਰਾਤ ਕੱਟੀ। ਬੰਦਗੀ ਵਾਲਾ ਸਾਧੂ ਜੁੜਿਆ ਤਾਂ ਨਾਮ ਨਾਲ ਹੀ ਹੁੰਦਾ, ਪਰ ਉਹ ਕਿਸੇ ਦਾ ਦੁੱਖ ਵੀ ਨਹੀਂ ਬਰਦਾਸ਼ਤ ਕਰ ਸਕਦਾ। ਉੱਥੇ ਵੀ ਉਹਨੂੰ ਉਹ ਚੀਕਾਂ ਦਾ, ਕੂਕਾਂ ਦਾ ਅਹਿਸਾਸ ਹੁੰਦਾ ਰਿਹਾ। ਊਧਮਪੁਰ ਜਦ ਰਾਤ ਰਹੇ, ਅਗਲੇ ਦਿਨ ਇੱਥੋਂ ਚੱਲੇ। ਇਸ਼ਨਾਨ ਪਾਣ ਦਾ ਤਾਂ ਨਿਯਮ ਸੀਗਾ ਹੀ ਰੋਜ਼ ਦਾ, ਜਿਹੜਾ ਪਾਠ ਸਿਮਰਨ ਦਾ। ਜੇਹਲਮ ਦਰਿਆ ਦੇ ਕੰਢੇ ਪੁੱਜ ਗਏ ਕਸ਼ਮੀਰ ਵਿੱਚ। ਹੁਕਮ ਕੀਤਾ ਕਰਨੈਲ ਸਿੰਘ ਨੂੰ, ਕੋਈ ਵੀ ਰਾਤ ਕੱਟਣ ਵਾਸਤੇ ਕਿਸੇ ਜਗ੍ਹਾ ਦੀ ਤਲਾਸ਼ ਕਰੋ। ਹਾਲੇ ਇੱਥੇ ਗੱਡੀ ਰੋਕੀ ਹੀ ਸੀ ਜੇਹਲਮ ਦਰਿਆ ਦੇ ਕਿਨਾਰੇ ਤੇ। ਇਤਨੇ ਸਮੇਂ ਵਿੱਚ ਦੋ ਪ੍ਰੇਮੀ ਆਏ। ਇੱਕ ਦਾ ਨਾਮ ਦਲਜੀਤ ਸਿੰਘ, ਦੂਜੀ ਬੀਬੀ ਮਨਜੀਤ ਕੌਰ, ਜਿਹੜੇ ਚੀਕਾਂ ਮਾਰਦੇ ਸਨ ਤੇ ਚਰਨਾਂ ਵਿੱਚ ਮੱਥਾ ਟੇਕਿਆ। ਜਦ ਕੋਈ ਆਦਮੀ ਅਤਿਅੰਤ ਦੁਖੀ ਹੁੰਦਾ ਹੈ, ਜੇ ਕੋਈ ਸਹਾਰਾ ਦੇਣ ਵਾਲਾ, ਦੁੱਖ ਸਹਿਣ ਵਾਲਾ ਮਿਲ ਜਾਏ ਤਾਂ ਉਹ ਦੁੱਖ ਕਈ ਗੁਣਾ ਵੱਧ ਜਾਂਦਾ। ਫਿਰ ਤਾਂ ਇਹਨਾਂ ਦਾ ਦੁੱਖ ਕਿੰਨੇ ਗੁਣਾ ਵੱਧ ਗਿਆ। ਚਰਨਾਂ ਤੇ ਸਿਰ ਰੱਖ ਕੇ ਚਰਨ ਧੋ ਦਿੱਤੇ ਤੇ ਕੂਕਾਂ ਮਾਰਦੇ ਰਹੇ। ਇਹ ਦਿੱਲੀ ਤੋਂ ਕੋਕੋਰੇ ਵਾਲੇ ਸਰਦਾਰ ਸਨ। ਦਲਜੀਤ ਸਿੰਘ ਵੱਡਾ ਸਰਦਾਰ ਸੀ, ਇਹਦੋਂ ਛੋਟਾ ਇਹਦਾ ਭਰਾ ਸੀਗਾ ਚਰਨਜੀਤ ਸਿੰਘ। ਇਹਨਾਂ ਦੇ ਘਰੋਂ ਸੀ ਬੀਬੀ ਮਨਜੀਤ ਕੌਰ। ਇਹਨਾਂ ਨੇ ਇੱਥੇ ਇੱਕ ਡਲ ਲੇਕ ਵਿੱਚ ਹਾਊਸ ਬੋਟ ਇੱਥੇ ਮਿਲ ਜਾਂਦੇ ਨੇ। ਲੋਕ ਆਪਣਾ ਬ੍ਰੇਨ ਹਲਕਾ ਕਰਨ ਵਾਸਤੇ ਇੱਥੇ ਕੁਛ ਰਹਿੰਦੇ ਹਨ, ਜਿਹੜੇ ਲੋਕ ਸਮਰੱਥਾ ਰੱਖਦੇ ਹੁੰਦੇ ਹਨ ਕੋਈ ਕਿਰਾਏ ਵਾਲਾ ਮਕਾਨ ਲੈਣ ਵਾਸਤੇ ਡਲ ਲੇਕ ਵਿੱਚ। ਮਹਾਰਾਜ ਉਹਨਾਂ ਦੇ ਨਾਲ ਉੱਥੇ ਚਲੇ ਗਏ ਤੇ ਬਾਕੀ ਸਿੰਘਾਂ ਨੂੰ ਕਿਹਾ ਵੀ ਤੁਸੀਂ ਬੰਦੋਬਸਤ ਕਰ ਲਓ ਕਿਸੇ ਜਗ੍ਹਾ ਦਾ ਜਿੱਥੇ ਆਪਾਂ ਰਹਿ ਸਕੀਏ। ਉਹਨਾਂ ਨੇ ਗੱਡੀ ਬਾਹਰ ਖੜਾ ਕੇ ਡਲ ਲੇਕ ਦੇ ਵਿੱਚ ਸੀ ਮਕਾਨ ਜਿਹੜਾ ਖਰੀਦਿਆ ਸੀ, ਉਸ ਮਕਾਨ ਵਿੱਚ ਚਲੇ ਗਏ। ਫਿਰ ਵੀ ਉਹਨਾਂ ਨੇ
समझा कि कुछ ना कुछ सेवा करिए। इन्नी दूरों पंजाब चों चल के आए ने सतपुरुष। बीबी मनजीत कौर ने प्रसादा पानी परौठे वगैरह तैयार किए, मन नूं कुछ करड़ा करके इन्हां दे अगे प्रसादा रखिया। वो तो उदों दी जानते सन जद ये चीका मारते सन, महाराज बहुती दूरों आए हो, पंजाब तो चल के आए हो, कृपा करो कुछ ना कुछ अज पानी पवित्र कर दो, प्रसाद पवित्र कर दो। सतपुरुषा ने 2 ग्राहियां छकियां, उन्होंने दोनों नूं कहण लगे भी तुसीं इत्थे बैठ जाओ मेरे कोले आके। बाकी सारा प्रसादा सरदार दलजीत सिंह उन्होंने घरों बीबी मनजीत कौर नूं दिता। मैनू पता 3 दिन हो गए तुसीं ना पानी पीता ते ना कुछ छकिया। मेरे तक भी तुहाडीआं कूकां सुनी जांदियां सी, आ प्रसादा तुसीं छको, कोई नहीं फिक्र ना करो। इन्हां दा एक लड़का सी, जिहड़ा डल लेक ते मकान लिया होया सी रहन वास्ते, ਉਹਦਾ ਵਿਹੜਾ खुला ਵਿਹੜਾ भी सी, उस मकान विच खुली जगह सी। एक इन्हां दा जिहड़ा लटका सी ताकि खुली रह गई, कुंडी लाउणों किते भुल गए। वो दौड़ा फिरदा होया वो डल लेक दे विच जा डिग्गिया। ਜਿਹੜੇ पैसे वाले लोग हुंदे ने उन्हां नूं बच्चे ज़्यादा प्यारे हुंदे ने दूजिआं नालों, क्योंकि वो सोचते हैं भी साडा जिहड़ा प्रॉपर्टी है इहनूं कोई साਂਭਣ वाला भी होना चाहिए है। पर उन्हां दे बच्चे बहुत घट हुंदे ने, राजे महाराजां दे जां जिहड़े बहुत रिच आदमी हुंदे हैं। कहण लगे पातशाहो ਉਹਦਾ ਨਾਂ ਸਤਜੀਤ ਸਿੰਘ ਬੱਚਾ ਸੀ ਸਾਡਾ, 3 ਸਾਲ ਦੀ ਉਮਰ ਸੀ, ਉਹਨੂੰ ਮਿੱਕੀ ਵੀ ਅਸੀਂ ਕਹਿੰਦੇ ਹੁੰਦੇ ਸੀ। ਉਹ ਖੇਲਦਾ ਖੇਲਦਾ ਆਹ ਵਿੰਡੋ ਹੈ ਦਿਖਾਈ, ਇਹਦੀ ਕੁੰਡੀ ਕਿਤੇ ਖੁੱਲੀ ਰਹਿ ਗਈ ਤੇ ਇਸ ਦੇ ਵਿੱਚ ਦੀ ਡਲ ਲੇਕ ਵਿੱਚ ਡਿੱਗ ਪਿਆ। ਅਸੀਂ ਬੜਾ ਯਤਨ ਕੀਤਾ ਉਸ ਨੂੰ ਲੱਭਣ ਦਾ, ਬਹੁਤ ਸਾਰੇ ਡਪੋਲੀਏ ਜਿਹੜੇ ਪਾਣੀ ਵਿੱਚ ਵੜ ਕੇ ਖੋਜ ਕਰ ਸਕਦੇ ਹਨ ਤੇ ਜਾਲ ਵੀ ਅਸੀਂ ਮਹਾਰਾਜ ਕਿਲੋਮੀਟਰਾਂ ਤੱਕ ਲਾ ਕੇ ਇਹ ਡਲ ਲੇਕ ਦਾ ਲੱਭਿਆ, ਕਿਤੇ ਸਾਡੇ ਬੱਚੇ ਦੀ ਲੋਥ ਲੱਭ ਜਾਏ। ਪਰ ਮਹਾਰਾਜ ਸਾਨੂੰ ਨਹੀਂ ਲੱਭ ਸਕਿਆ ਕੁਛ ਵੀ। ਮਹਾਰਾਜ ਕਹਿੰਦੇ ਮੈਂ ਤੁਹਾਡੇ ਦੁੱਖ ਨੂੰ ਜਾਣਦਾ ਹਾਂ, ਮੈਨੂੰ ਤੁਹਾਡੀਆਂ ਕੂਕਾਂ ਸੁਣਦੀਆਂ ਸਨ। ਹੁਣ ਪਹਿਲਾਂ ਆ ਪ੍ਰਸ਼ਾਦਾ ਛਕੋ ਜਿਹੜਾ ਤੁਹਾਨੂੰ ਦਿੱਤਾ ਗਿਆ ਹੈ। ਆਪ 2 ਗਰਾਹੀਆਂ ਛਕ ਕੇ ਸਾਰਾ ਪ੍ਰਸ਼ਾਦਾ ਉਹਨਾਂ ਨੂੰ ਦੇ ਦਿੱਤਾ। ਉਦੋਂ ਬਾਅਦ ਬਚਨ ਮੰਨੋਗੇ ਗੁਰੂ ਨਾਨਕ ਮਹਾਰਾਜ ਤੁਹਾਡਾ ਭਲਾ ਕਰ ਦੇਣਗੇ। ਬਚਨ ਇਹ ਹੈ ਅੱਜ ਤੋਂ ਪ੍ਰਸ਼ਾਦਾ ਵੀ ਛਕਣਾ, ਰੋਣਾ ਵੀ ਹੈ ਨਹੀਂ ਬਿਲਕੁਲ, ਤੇ ਨਾਮ ਜਪਦੇ ਰਹਿਣਾ, ਪਾਣੀ ਵੀ ਪੀਣਾ। ਆਉਂਦੇ ਸਾਲ ਇਹੀ ਬੱਚਾ ਗੁਰੂ ਨਾਨਕ ਮਹਾਰਾਜ ਨੇ ਤੁਹਾਡੇ ਘਰ ਵਿੱਚ ਭੇਜ ਦੇਣਾ। ਤੁਸੀਂ ਇਹਦੀਆਂ ਨਿਸ਼ਾਨੀਆਂ ਦੇਖੀਆਂ ਹੋਣਗੀਆਂ, ਜਿਸ ਦਾ ਨਾਂ ਸਤਜੀਤ ਸਿੰਘ ਮਿੱਕੀ ਕਹਿੰਦੇ ਸਨ, ਪਿਆਰ ਦਾ ਨਾਂ ਮਿੱਕੀ ਵੀ ਸੀ। ਇਹੀ ਬੱਚਾ ਸਮਝ ਲਓ ਖੇਲਣ ਗਿਆ ਹੋਇਆ, ਆਉਂਦੇ ਸਾਲ ਤੁਹਾਡੇ ਘਰ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਭੇਜ ਦੇਣਾ। पर शर्त यह है नाम जपते रहो, अज ते रोना नहीं है, अज ते खाना पीना नहीं छड्डना। कल नूं तुसीं दिल्ली चले जाओ वापस,
ਇਹਨਾਂ ਨੇ ਸਤਿਵਚਨ ਕਿਹਾ, ਹੌਸਲਾ ਹੋ ਗਿਆ ਕਿ ਸਤਿਪੁਰਸ਼ਾਂ ਨੇ ਬਚਨ ਕਰ ਦਿੱਤਾ ਤੇ ਹੁਣ ਸਾਡਾ ਬੱਚਾ ਸਤਜੀਤ ਸਿੰਘ ਮਿਲ ਜਾਏਗਾ। ਸਮਝੋ ਕਹਿੰਦੇ ਮਹਾਰਾਜ ਕਹਿੰਦੇ ਖੇਲਣ ਗਿਆ ਹੋਇਆ, ਸਾਲ ਤੱਕ ਤੁਹਾਡੇ ਘਰ ਵਿੱਚ ਫਿਰ ਆ ਜਾਏਗਾ ਮੁੜ ਕੇ। ਇੱਥੇ ਆਪ ਜੀ ਇੱਕ ਹਫ਼ਤਾ ਠਹਿਰੇ, ਮਕਾਨ ਲੱਭ ਕੇ ਸਤਿਪੁਰਸ਼ਾਂ ਦੇ ਯੋਗ ਕੋਈ ਇੱਥੇ ਰਹਿائش ਦਾ ਬੰਦੋਬਸਤ ਹੋਇਆ। ਇੱਥੇ ਦੇ ਗੁਰਦੁਆਰੇ ਸਾਹਿਬ ਨੂੰ ਪਤਾ ਲੱਗਿਆ ਬਈ ਰਾੜੇ ਸਾਹਿਬ ਵਾਲੇ ਸਤਿਪੁਰਸ਼ ਆਏ ਹਨ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰਦੁਆਰੇ ਸਾਹਿਬ ਕੀਰਤਨ ਕਰ ਦਿਓ ਤਾਂ ਕਿ ਗੁਰੂ ਨਾਲ ਜੋੜਨਾ ਤੁਹਾਡਾ ਕੰਮ ਹੀ ਹੈ। ਜ਼ਿਆਦਾ ਸੰਗਤ ਗੁਰੂ ਮਹਾਰਾਜ ਨਾਲ ਜੁੜ ਜਾਏ, ਅੰਮ੍ਰਿਤ ਛਕੇ, ਆਪਣਾ ਜਨਮ ਸਫਲਾ ਕਰ ਸਕੇ। ਸਾਡੇ ਗੁਰੂ ਘਰ ਕੀਰਤਨ ਕਰ ਦਿਓ। ਇਹਨਾਂ ਨੇ ਬੇਨਤੀ ਮੰਨ ਲਈ। ਡਲ ਲੇਕ ਦੇ ਕਿਨਾਰੇ ਗੁਰੂ ਘਰ ਸੀ ਤੇ ਉੱਥੇ ਰਾਤ ਨੂੰ 11 ਵਜੇ ਤੱਕ ਕੀਰਤਨ ਕੀਤਾ। ਬੇਅੰਤ ਸੰਗਤ ਦਾ ਇਕੱਠ ਹੋਇਆ ਪਹਾੜੀ ਇਲਾਕੇ ਵਿੱਚ। ਬੇਅੰਤ ਸੰਗਤਾਂ ਨੇ ਅੰਮ੍ਰਿਤ ਪਾਣ ਲਈ ਤਿਆਰ ਹੋਈਆਂ। ਅਗਲੇ ਦਿਨ ਸਿੰਘ ਨਾਲ ਹੀ ਸਨ। ਸਾਰਿਆਂ ਨੂੰ ਜਿੰਨੀ ਤਿਆਰ ਹੋਈ ਸੰਗਤ ਭਾਗਾਂ ਵਾਲੀ, ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ ਗਈ। ਇਹ 1953 ਦੀ ਗੱਲ ਹੈ। ਇਹਨਾਂ ਨੇ ਹੁਕਮ ਦਿੱਤਾ ਬਈ ਤੁਸੀਂ ਭਰੋਸਾ ਰੱਖੋ ਗੁਰੂ ਨਾਨਕ ਮਹਾਰਾਜ ਤੇ। ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ, ਇੱਕ ਜਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਤੁਹਾਨੂੰ ਫੇਰ ਘਰ ਵਿੱਚ ਇਹੀ ਭੇਜ ਦੇਣਗੇ, ਪਰ ਅੱਜ ਤੇ ਬਾਅਦ ਨਾਮ ਜਪਦੇ ਰਹਿਣਾ ਫਿਰਦੇ ਤੁਰਦੇ, ਔਰ ਰੋਣਾ ਨਹੀਂ ਹੈ। ਕੱਲ ਨੂੰ ਦਿੱਲੀ ਚਲੇ ਜਾਓ, ਇੱਥੇ ਬੈਠਿਆਂ ਦਾ ਮਨ ਕੱਲਿਆਂ ਦਾ ਉਦਾਸ ਹੋਈ ਜਾਂਦਾ, ਉੱਥੇ ਕੰਮ ਧੰਦੇ 'ਚ ਲੱਗੋਗੇ। ਅਗਲੇ ਦਿਨ ਆਪ ਜੀ ਉੱਥੇ ਚਲੇ ਗਏ। ਇੱਥੇ ਬਹੁਤ ਸਾਰੇ ਬਾਗ ਹੈ ਕਸ਼ਮੀਰ ਵਿੱਚ। ਜਿਹੜੇ ਬਾਗਾਂ ਵਿੱਚ ਆਪ ਜੀ ਨੂੰ ਬੇਨਤੀ ਕੀਤੀ, ਮਹਾਰਾਜ ਹਰਿਆਵਲ ਆਪ ਜੀ ਨੂੰ ਸੁੰਦਰ ਲੱਗਦੀ ਹੈ, ਕਿਰਪਾ ਕਰੋ ਇਹ ਬਾਗ ਜਿਹੜੇ ਮੁਗਲਾਂ ਦੇ ਸਮੇਂ ਵਿੱਚ ਬਣੇ ਹੋਏ ਹਨ, ਇਹਨਾਂ 'ਚ ਚਰਨ ਪਾਓ। ਤਿੰਨ ਬਾਗਾਂ 'ਚ ਮੁਗਲ ਗਾਰਡਨ, 2 ਬਾਗ ਹੋਰ ਸਨ, ਮੈਂ ਭੁੱਲ ਵੀ ਜਾਣਾ। ਆਪ ਜੀ ਇੱਥੇ ਗਏ। ਇੱਕ ਹਰੇਕ ਬਾਗ ਵਿੱਚ 7-7 ਮਾਲੀ ਸਨ। ਜਿਹੜਾ ਬੰਦਗੀ ਵਾਲਾ ਚਿਹਰਾ ਹੁੰਦਾ ਹੈ, ਉਸਦੇ ਚਿਹਰੇ ਤੇ ਪੀਸ ਔਰ ਸ਼ਾਂਤੀ ਤੇ ਕੁਝ ਜਲਾਲ ਵੱਖਰਾ ਹੁੰਦਾ ਆਮ ਦੁਨਿਆਵੀ ਲੋਕਾਂ ਨਾਲੋਂ। ਇਹ ਮਾਲੀਆਂ ਦੇ ਮਨ ਤੇ ਅਸਰ ਪਿਆ, ਸ਼ਾਇਦ ਕੋਈ ਬਾਦਸ਼ਾਹ ਹੋਵੇ। ਨਿਸ਼ਾਤ ਬਾਗ ਚਲੇ ਗਏ। ਇੱਥੇ 7 ਮਾਲੀ ਸਨ। 7 ਨੇ ਬਹੁਤ ਸਾਰੇ ਫੁੱਲ ਗੁੰਦ ਕੇ ਚੰਗੇ ਚੰਗੇ ਬਾਗ ਚੋਂ ਮਾਲਾ ਤਿਆਰ ਕੀਤੀਆਂ ਤੇ ਇਹਨਾਂ ਨੂੰ ਮਾਲਾ ਪਹਿਨਾਈਆਂ। ਸਤਿਪੁਰਸ਼ਾਂ ਨੇ ਇਸ਼ਾਰਾ ਕੀਤਾ ਵੀ ਇਹਨਾਂ ਨੂੰ ਕੁਝ ਦਿੱਤਾ ਜਾਏ। 5-5 ਰੁਪਏ ਉਹਨਾਂ ਸਾਰਿਆਂ ਨੂੰ ਦਿੱਤੇ ਗਏ। ਉਦੋਂ 5 ਰੁਪਏ ਵੀ ਖਾਸੇ ਹੁੰਦੇ ਸੀ। ਫਿਰ ਇੱਕ ਹੋਰ ਬਾਗ ਵਿੱਚ, ਮੁਗਲ ਗਾਰਡਨ ਵਿੱਚ, 3 ਬਾਗਾਂ ਵਿੱਚ ਆਪ ਜੀ ਘੁੰਮੇ। ਫਿਰ ਸੰਗਤਾਂ ਨੇ ਡਲ ਲੇਕ ਵਿੱਚ ਵੀ ਕੋਈ ਵੱਡਾ ਸਾਰਾ ਮਕਾਨ ਕਿਰਾਏ ਤੇ ਲੈ ਕੇ ਇਹਨਾਂ ਵਾਸਤੇ ਤਿਆਰ ਕੀਤਾ ਵੀ ਆਪ ਜੀ ਕੁਝ ਦਿਨ ਇੱਥੇ ਠਹਿਰੋਗੇ। ਇੱਕ ਹਫ਼ਤੇ ਦਾ ਪ੍ਰੋਗਰਾਮ ਬਣਾ ਲਿਆ ਉੱਥੇ ਠਹਿਰਨ ਦਾ, ਤਾਂ ਕਿ ਆਲੇ ਦੁਆਲੇ ਸਿੱਖੀ ਦਾ ਪ੍ਰਚਾਰ ਕਰਨਾ ਜ਼ਰੂਰੀ ਸੀ। ਅਸਲੀ ਫਰਜ਼ ਇਹ ਆਪ ਦਾ ਇਹੀ ਸਮਝਦੇ ਸਨ।
ਕਿਵੇਂ ਨਾ ਕਿਵੇਂ ਗੁਰੂ ਨਾਲ ਜੋੜਿਆ ਜਾਵੇ ਸੰਗਤ ਨੂੰ। ਸੰਗਤ ਗੁਰੂ ਨਾਲ ਜੋੜ ਕੇ ਆਪਣਾ ਭਲਾ ਕਰ ਸਕੇ। ਭਲਾ ਤਦ ਹੀ ਹੁੰਦਾ ਜੇ ਅਸੀਂ ਗੁਰੂ ਨਾਲ ਜੁੜੀਏ ਤਾਂ। ਮਨ ਨਾਲ ਜੁੜ ਕੇ ਤਾਂ ਭਲਾ ਕਿਸੇ ਦਾ ਅੱਜ ਤੱਕ ਹੋਇਆ ਨਹੀਂ। ਪਹਿਲਾਂ ਮੈਂ ਸੁਣ ਰਿਹਾ ਸੀ ਕਾਫੀ ਟਾਈਮ ਤੇ, ਮੈਨੂੰ ਸੰਗਤ ਦੇ ਦਰਸ਼ਨ ਵੀ ਹੁੰਦੇ ਸਨ ਤੁਹਾਡੇ। ਭਾਵੇਂ ਆਪਣੀ ਦੂਰੀ ਹੈ ਪਰ ਫਿਰ ਵੀ ਮੈਨੂੰ ਪੂਰੇ ਪੂਰੇ ਦੀਦਾਰ ਹੁੰਦੇ ਹਨ ਆਪ ਜੀ ਦੇ, ਸਾਰੀ ਸੰਗਤ ਦੇ। ਆਪਾਂ ਸਿੰਘ ਸਾਹਿਬ ਜਥੇਦਾਰ ਭਾਈ ਰਘਵੀਰ ਸਿੰਘ ਜੀ ਕੇਸਗੜ੍ਹ ਸਾਹਿਬ ਵਾਲੇ, ਉਹਨਾਂ ਦੇ ਵੀ ਦਰਸ਼ਨ ਕੀਤੇ, ਆਪ ਜੀ ਨੇ ਵੀ ਬਚਨ ਸੁਣੇ। ਫਿਰ ਗਿਆਨੀ ਸਤਨਾਮ ਸਿੰਘ ਜੀ ਜੋਗੇਵਾਲ ਵਾਲੇ, ਉਹਨਾਂ ਦੇ ਵੀ ਬਚਨ ਸੁਣੇ। ਅੰਮ੍ਰਿਤਸਰ ਸਾਹਿਬ ਜੋ ਸਾਡਾ ਮੱਕਾ, ਕੁਛ ਵੀ ਕਹਿ ਦਿਓ ਸ਼ਬਦ ਛੋਟਾ ਪੈ ਜਾਂਦਾ, ਉਹ ਬਹੁਤ ਹੀ ਵੱਡਾ ਸਥਾਨ ਹੈ। ਉੱਥੇ ਦੇ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਵਾਲੇ ਗੁਰਮੁਖ ਪਿਆਰੇ ਭਾਈ ਕਾਰਜ ਸਿੰਘ ਹਜੂਰੀ, ਰਾਗੀ ਦਰਬਾਰ ਸਾਹਿਬ ਦੇ, ਉਹਨਾਂ ਨੇ ਵੀ ਦਰਸ਼ਨ ਦਿੱਤੇ, ਕੀਰਤਨ ਕੀਤਾ। ਇਹਦੇ ਵਿੱਚ ਤਾਂ ਜ਼ਿਆਦਾ ਹਿੱਸਾ ਬੇਟੀ ਸਤਵੰਤ ਕੌਰ ਹੋਣਾ ਦਾ ਹੈ, ਜਿਨ੍ਹਾਂ ਨੇ ਆਪ ਜੀ ਨੂੰ ਦਰਸ਼ਨ ਕਰਾਏ, ਕੀਰਤਨ ਵੀ ਸੁਣਿਆ। ਆਪਾਂ ਫਿਰ ਇਹਨਾਂ ਦੇ ਵੀ ਪਿਆਰ ਨਾਲ ਬਚਨ ਸੁਣੇ ਨੂੰ, ਮੈਂ ਵੀ ਸੁਣਦਾ ਰਿਹਾ ਇੱਥੇ ਬੈਠਾ। ਹੋਰ ਕਿੰਨੇ ਮਹਾਂਪੁਰਸ਼ ਹੋਰ ਵੀ ਆਏ, ਕੁਛ ਮਿੰਟ ਆਪ ਜੀ ਨੂੰ ਉਹਨਾਂ ਦੇ ਦਰਸ਼ਨ ਵੀ ਹੋਏ, ਬਚਨ ਵੀ ਸੁਣੇ। ਚੰਗੇ ਭਾਗਾਂ ਕਰਕੇ ਹੀ ਐਸਾ ਸਮਾਂ ਮਿਲ ਸਕਦਾ ਹੈ। ਸਾਲ ਬਾਅਦ ਇਹ ਸਾਰਿਆਂ ਦਾ ਸਮੁੱਚੇ ਤੌਰ ਤੇ ਜਿੰਨੇ ਵੀ ਸਾਧੂ ਮਹਾਂਪੁਰਸ਼ ਆਏ ਸਨ, ਸਾਨੂੰ ਆਪਾਂ ਨੂੰ ਸਾਰਿਆਂ ਨੂੰ ਦਰਸ਼ਨ ਬਖਸ਼ੇ ਤੇ ਆਪਣੇ ਬਚਨ ਵੀ ਸੁਣਾਏ। ਇਹਨਾਂ ਸਾਰਿਆਂ ਦਾ ਆਪਾਂ ਸਮੁੱਚੇ ਤੌਰ ਤੇ ਧੰਨਵਾਦ ਕਰਦੇ ਹਾਂ। ਧੰਨਵਾਦ ਹੀ ਕਰ ਸਕਦੇ ਹਾਂ। ਹੋਰ ਜਿਹੜਾ ਕੋਈ ਪਰਮੇਸ਼ਰ ਦੀਆਂ ਗੱਲਾਂ ਸੁਣਾਵੇ, ਹੁਣ ਤਾਂ ਮਹਾਰਾਜ ਜੀ ਕਹਿੰਦੇ ਸਿਰ ਵੱਢ ਕੇ ਮੂੜੇ ਦੀ ਜਗ੍ਹਾ ਡਾਹ ਦੇਣਾ ਚਾਹੀਦਾ, ਇੰਨਾ ਸਤਿਕਾਰ ਕਰਨਾ ਚਾਹੀਦਾ ਜਿਹੜਾ ਗੁਰੂ ਮਹਾਰਾਜ ਦੇ ਬਚਨ ਸੁਣਾਵੇ ਸਾਨੂੰ। ਇਹਨਾਂ ਤੇ ਆਪਾਂ ਬਚਨ ਸੁਣੇ, ਸਾਰਿਆਂ ਦਾ ਹੀ ਆਪਾਂ ਬਹੁਤ ਧੰਨਵਾਦ ਕਰ ਦਿੰਦੇ ਹਾਂ। ਤੇ 1974 ਵਿੱਚ ਜਿਹੜਾ ਦਰਿਆ ਵਿੱਚ ਡਿੱਗਿਆ ਬੱਚਾ ਸੀ, ਉਸਨੇ ਫਿਰ ਜਨਮ ਲੈ ਲਿਆ ਦਿੱਲੀ। ਸਰਦਾਰ ਦਲਜੀਤ ਸਿੰਘ ਵੱਡਾ ਸਰਦਾਰ ਸੀ, ਛੋਟਾ ਚਰਨਜੀਤ ਸਿੰਘ ਸੀ ਇਹਦੇ ਘਰ ਵਿੱਚ। ਸੰਤ ਮਹਾਰਾਜ ਜੀ 1 ਮਹੀਨਾ ਦੀਵਾਨ ਲਾਉਂਦੇ ਸੀ ਦਿੱਲੀ ਵਿੱਚ। ਲੱਖਾਂ ਪ੍ਰਾਣੀ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੁੜ ਜਾਂਦੇ ਸਨ, ਆਪਣਾ ਨਿਤਨੇਮ ਵਧਾ ਲੈਂਦੇ ਸਨ, ਬੁਰਾਈਆਂ ਛੱਡ ਕੇ ਚੰਗੇ ਪਾਸੇ ਲਾ ਲੈਂਦੇ ਸਨ। ਉੱਥੇ ਦਾਸ ਵੀ ਸਤਿਪੁਰਸ਼ਾਂ ਦੇ ਚਰਨ ਚ ਬਹੁਤ ਸਮਾਂ ਮਿਲਦਾ ਰਹਿੰਦਾ ਸੀ ਦਿੱਲੀ ਵਿੱਚ। ਜਦ 1954 ਦੇ ਵਿੱਚ ਇਸ ਬੱਚੇ ਦਾ ਜਨਮ ਹੋਇਆ, ਇਹਨਾਂ ਦੀ ਬੇਨਤੀ ਕਰਨ ਤੇ ਇਹਨਾਂ ਦੇ ਘਰ ਵਿੱਚ ਅਖੰਡ ਪਾਠ ਰੱਖਿਆ ਗਿਆ। ਰਹਿਸ਼ ਵੀ ਇਹਨਾਂ ਦੇ ਘਰ ਵਿੱਚ ਹੁੰਦੀ ਸੀ, ਕਾਫੀ ਵੱਡਾ ਘਰ ਸੀ। ਸਾਰੀ ਸੰਗਤ ਵਾਸਤੇ ਕੋਕੇ ਕੋਲੇ, ਕੈਂਪੇ ਕੋਲੇ ਵਗੈਰਾ ਪਾਣੀ ਦੀ ਜਗ੍ਹਾ ਬੇਅੰਤ ਸੇਵਾ ਇਹਨਾਂ ਵੱਲੋਂ ਕੀਤੀ ਜਾਂਦੀ ਸੀ ਤੇ ਲੰਗਰ ਦੀ ਦਿਨ ਰਾਤ ਲੰਗਰ ਸਾਰੀ ਦਿੱਲੀ ਵਾਸਤੇ ਚੱਲਦਾ ਰਹਿੰਦਾ ਸੀ। ਇਹਨਾਂ ਨੇ ਅਰਜ਼ ਕੀਤੀ, ਮਹਾਰਾਜ ਸਾਰੀਆਂ ਨਿਸ਼ਾਨੀਆਂ ਉਹੀ ਹੈ ਜਿਹੜੀਆਂ ਸਾਡੀਆਂ ਪਹਿਲੇ ਬੱਚੇ ਦੀਆਂ, ਜਿਹੜਾ ਡਲ ਲੇਕ ਵਿੱਚ ਬੋਟ ਹਾਊਸ ਵਿੱਚੋਂ ਡਿੱਗ ਪਿਆ ਸੀ, ਸਾਰੀਆਂ ਨਿਸ਼ਾਨੀਆਂ ਚਿਹਰੇ ਦੀਆਂ, ਪੇਟ ਦੀਆਂ, ਹਰ ਇੱਕ ਅੰਗ ਦੀਆਂ ਉਹੀ ਨਿਸ਼ਾਨੀਆਂ। ਸਤਿਪੁਰਸ਼ ਕਹਿਣ ਲੱਗੇ ਉਸੇ ਨੂੰ ਹੀ ਭੇਜਿਆ
ਗੁਰੂ ਨਾਨਕ ਮਹਾਰਾਜ ਨੇ ਤੁਹਾਡੇ ਘਰ ਵਿੱਚ ਭੇਜਤਾ ਤੁਹਾਡੀ ਸੇਵਾ ਨੂੰ ਮੁੱਖ ਰੱਖ ਕੇ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਨਾਮ ਵੀ ਫਿਰ ਆਪ ਜੀ ਰੱਖੋ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਾਮ ਦੀ ਬਖਸ਼ਿਸ਼ ਵਾਸਤੇ ਭੋਗ ਤੇ ਬਾਅਦ ਅਰਦਾਸ ਕੀਤੀ ਗਈ। ਤੇ ਨਾਮ ਸਤਿਪੁਰਸ਼ਾਂ ਨੇ ਆਪਣੀ ਰਸਨਾ ਤੋਂ ਇਸ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮ ਦੇ ਮੁਤਾਬਕ ਸਤਵੰਤ ਸਿੰਘ ਨਾਮ ਰੱਖ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਸਤਿਗੁਰ ਮੇਰਾ ਮਾਰ ਜੀ ਵਾਲਾ, ਜਿਹੜੇ ਸਿੱਖ ਜਾਂ ਸਾਧੂ ਜਾਂ ਮਹਾਂਪੁਰਸ਼ ਨਾਲ ਭੇਦਤਾ ਵਾਲੀ ਵਸਤੂ ਬਖਸ਼ਿਸ਼ ਕਰ ਦਿੰਦੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾ ਹੈ। ਤੇ ਉਹ ਵੀ ਮਰਿਆਂ ਨੂੰ ਜਿਉਂਦਾ ਕਰ ਸਕਦੇ ਹਨ, ਜਿਹਦੇ ਤੇ ਕਿਰਪਾ ਕਰ ਦੇਣ ਗੁਰੂ ਨਾਨਕ ਸਾਹਿਬ ਮਹਾਰਾਜ। ਜਿਹੜੇ ਜਿਨ੍ਹਾਂ ਦਾ ਜੀਵਨ ਹੀ ਨਾਮ, ਦਿਨ ਰਾਤ ਨਾਮ ਹੀ ਨਾਮ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਣ ਵਾਲੇ ਹਨ। ਹੋਰ ਕੋਈ ਇੱਛਾ ਖਾਹਸ਼ ਹੀ ਨਹੀਂ ਹੁੰਦੀ ਉਹਨਾਂ ਦੇ ਮਨ ਵਿੱਚ, ਸਿਰਫ ਇੱਕੋ ਇੱਕ ਹੁੰਦੀ ਹੈ ਨਾਮ। ਨਾਮ ਦਾ ਰੂਪ ਹੀ ਹੋ ਜਾਂਦੇ ਹਨ। ਇਸ ਲਈ ਮਰਿਆ ਹੋਇਆ ਬੱਚਾ 1 ਸਾਲ ਬਾਅਦ ਫਿਰ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਪਿਆਰੇ ਦਾ ਬਚਨ ਮੰਨ ਕੇ, ਜੋ ਕੁਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸ਼ੋਭਾ ਸਭਨੀ ਥਾਈ, ਜਿਨ ਕੇ ਚਰਨ ਪਰਾਤੇ। ਉਹਨਾਂ ਦਾ ਕਿਹਾ ਹੋਇਆ ਗੁਰੂ ਪਰਮੇਸ਼ਰ ਮੋੜਦਾ ਨਹੀਂ ਹੈ। ਜਿਨ੍ਹਾਂ ਨਾਲ ਉਹਦਾ ਪਿਆਰ ਪੈ ਜੇ ਗੁਰੂ ਨਾਨਕ ਮਹਾਰਾਜ ਜੀ ਦਾ। ਆਪਣਾ ਬਚਨ ਤਾਂ ਭਾਵੇਂ ਬਦਲ ਲਵੇ, ਪਰ ਉਹਨਾਂ ਦਾ ਨਹੀਂ ਬਚਨ ਬਦਲ ਦਿੰਦਾ। ਜੋ ਕੁਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸ਼ੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਨਾਮ ਰੂਪੀ ਚਰਨ ਹਿਰਦੇ ਵਿੱਚ ਵਸਦੇ ਹਨ 8 ਪਹਿਰ। ਉਹਨਾਂ ਵਾਸਤੇ ਤਾਂ ਇੱਥੇ ਤੱਕ ਵੀ ਮਹਾਰਾਜ ਨੇ ਬੇਨਤੀ ਕੀਤੀ ਹੈ, ਤੇ ਜਿਹੜਾ ਮੈਂ ਕਰਦਿਆਂ ਮੇਰੇ ਪਿਆਰੇ ਉਹਨੂੰ ਬਦਲ ਸਕਦੇ ਹਨ, ਪਰ ਜਿਹੜਾ ਮੇਰੇ ਪਿਆਰੇ ਕਰ ਦਿੰਦੇ ਮੇਰੇ ਵਿੱਚ ਬਦਲਣ ਦੀ ਸਮਰੱਥਾ ਨਹੀਂ ਹੈ। ਵਾਹਿਗੁਰੂ, ਗੁਰੂ ਨਾਨਕ ਮਹਾਰਾਜ, ਗੁਰੂ ਕਲਗੀਧਰ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਕੁਛ ਵੀ ਕਹਿ ਦਿਓ ਆਪਾਂ, ਤੇ ਉਹ ਜੋ ਕੁਛ ਵੀ ਕਰਦੇ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਜਾਂ ਗੁਰੂ ਗ੍ਰੰਥ ਸਾਹਿਬ ਜੀ ਕਹਿ ਦਿਓ, ਉਹ ਆਪ ਦੱਸਦੇ ਹਨ ਕਿ ਅਸੀਂ ਉਹਨਾਂ ਦਾ ਕੀਤਾ ਹੋਇਆ ਬਦਲ ਨਹੀਂ ਸਕਦੇ। ਮੇਰੀ ਬੰਦੀ ਭਗਤ ਛਡਾਵੈ, ਬੰਦੀ ਭਗਤ ਨਾ ਛੂਟੈ ਮੋਹੇ। ਮੇਰਾ ਕੀਤਾ ਹੋਇਆ ਮੇਰੇ ਪਿਆਰੇ ਬਦਲ ਸਕਦੇ ਹਨ, ਪਰ ਜਿਹੜੇ ਮੇਰੇ ਪਿਆਰਿਆਂ ਦਾ ਕੀਤਾ ਹੋਇਆ ਉਹਨੂੰ ਬਦਲਣ ਦੀ ਮੇਰੇ ਵਿੱਚ ਸਮਰੱਥਾ ਨਹੀਂ ਹੈ। ਉਹ ਪਰਮੇਸ਼ਰ ਜਿਹੜਾ ਕੋਟ ਬ੍ਰਹਮੰਡ ਕੋ ਠਾਕਰ ਸੁਆਮੀ, ਸਰਬ ਜੀਆ ਕਾ ਦਾਤਾ ਰੇ, ਇੰਨਾ ਆਪਣੇ ਭਗਤਾਂ ਦੇ ਅਧੀਨ ਹੋ ਜਾਂਦਾ ਪਿਆਰ ਵਿੱਚ। ਕਹਿੰਦਾ ਉਹਨਾਂ ਦਾ ਕੀਤਾ ਹੋਇਆ ਮੈਂ ਬਦਲ ਨਹੀਂ ਸਕਦਾ। ਇੱਕ ਸਮਾਂ ਮੋਹ ਕੋ ਗਹਿ ਬੰਦ ਹੈ, ਤੋ ਫਿਰ ਮੋਹ ਪੈ ਜਵਾਬ ਨਾ ਹੋਵੇ। ਪਰਮੇਸ਼ਰ ਕਹਿੰਦਾ ਜੇ ਇੱਕ ਸਮੇਂ ਉਹ ਮੈਨੂੰ ਵੀ ਬੰਨ ਲੈਣ ਤਾਂ ਮੈਂ ਵੀ ਉਹਨਾਂ ਨੂੰ ਜਵਾਬ ਨਹੀਂ ਦੇ ਸਕਦਾ, ਤੇ ਖੁਸ਼ ਹੋ ਕੇ ਮੈਂ ਉਹਨਾਂ ਨੂੰ ਬੰਨਣ ਦੇ ਦੇਵਾਂਗਾ। ਇਉਂ ਇਹ ਜਿਹੇ ਜਿਨ੍ਹਾਂ ਨੇ ਬੇਅੰਤ ਸੰਗਤਾਂ ਨੂੰ, ਕੱਲ ਆਪਾਂ ਇਹਨੂੰ ਥੋੜ੍ਹਾ ਖੋਲ ਕੇ ਦੱਸਿਆ ਸੀ, 18 ਲੱਖ ਦੇ ਕਰੀਬ ਜਿਹੜੀ ਗਿਣਤੀ ਸੰਗਤਾਂ ਕੀਤੀ ਹੋਈ ਆ, ਅੰਮ੍ਰਿਤ ਛਕਾਇਆ, ਪਤਾ ਨਹੀਂ ਕਿੰਨੇ ਲੋਕਾਂ ਨੂੰ ਬੁਰਾਈਆਂ ਤੋਂ ਹਟਾ ਕੇ ਨਾਮ ਨਾਲ ਜੋੜਿਆ। ਅਣਗਿਣਤ ਸੰਗਤ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਤੇ ਬਾਣੀ ਨਾਲ ਜੋੜਿਆ ਉਹਨਾਂ ਨੇ ਆਪਣੇ ਸਮੇਂ ਵਿੱਚ, ਤੇ ਦਾਸ ਤੇ ਵੀ ਉਹਨਾਂ ਤੇ ਰਹਿਮਤ ਹੋਈ 1952 ਵਿੱਚ। ਤੇ ਜਦੋਂ ਸੀਟ ਛੱਡਿਆ ਸੀ ਉਦੋਂ ਵੀ ਦਾਸ ਨਾਲ ਸੀ। 23 ਸਾਲ ਦਾ ਸਮਾਂ ਉਹਨਾਂ ਨੇ ਬਖਸ਼ਿਸ਼ ਕਰ ਦਿੱਤਾ ਚਰਨਾਂ ਵਿੱਚ ਰਹਿਣ ਦਾ। ਇਹੋ ਜਿਹੇ ਸਾਧੂ ਪਰਮੇਸ਼ਰ ਦਾ ਰੂਪ ਹੀ ਹੁੰਦੇ ਹਨ।
ਜੋ ਕੁਛ ਕਰੇ ਸੋਈ ਬ੍ਰਹਮਾ ਨੇ ਮੰਨ ਲੈਂਦਾ। ਆ ਮਰੇ ਹੋਏ ਨੂੰ ਦੁਬਾਰਾ ਜੀਵਨ ਦੇ ਦਿੱਤਾ। ਇਹਦਾ ਸਤਪੁਰਸ਼ਾਂ ਨੇ ਆਪ ਇਹਦਾ ਨਾਂ ਰੱਖਿਆ। ਨਿਸ਼ਾਤ ਬਾਗ, ਸਾਲਾਮਾਰ ਬਾਗ, ਮੁਗਲ ਗਾਰਡਨ ਵਗੈਰਾ ਉੱਥੇ ਬਹੁਤ ਸਾਰੇ ਹੈ। ਸੁੰਦਰ ਧਰਤੀ ਮੰਨੀ ਜਾਂਦੀ ਹੈ ਕਸ਼ਮੀਰ। ਰੱਬ ਦੇ ਪਿਆਰਿਆਂ ਵਿੱਚ ਕਿੰਨੀ ਸਮਰੱਥਾ ਹੁੰਦੀ ਹੈ। ਆਪਾਂ ਨੂੰ ਪ੍ਰਤੱਖ ਪਤਾ ਲੱਗਦਾ ਵੀ ਗੁਰੂ ਨਾਨਕ ਮਹਾਰਾਜ ਉਹਨਾਂ ਦੇ ਬਚਨਾਂ ਨੂੰ ਨਿਸਫਲ ਨਹੀਂ ਜਾਣ ਦਿੰਦਾ। ਜੋ ਕਹਿ ਦਿੰਦੇ ਹਨ ਤੇ ਗੁਰੂ ਨਾਨਕ ਮਹਾਰਾਜ ਕਰ ਦਿੰਦੇ ਹਨ। ਜਾਂ 11ਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਦਿਓ, 10ਵੇਂ ਗੁਰੂ ਨਾਨਕ ਮਹਾਰਾਜ ਕਹਿ ਦਿਓ, ਤਾਂ ਇੱਕੋ ਹੀ ਹੈ। ਇਸ ਕਰਕੇ ਆਪਾਂ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ। ਬੀਬੀ ਸਤਵੰਤ ਸਿੰਘ, ਬੀਬੀ ਸਤਵੰਤ ਕੌਰ ਹੋਣਾ ਨੇ ਵੀ ਕਿੰਨੇ ਸੁੰਦਰ ਬਚਨ ਸੁਣਾਏ ਹਨ। ਕਿੱਡੀ ਵੱਡੀ ਸ਼ਹੀਦੀ ਹੈ ਇਹਨਾਂ ਦੇ ਪਿਤਾ ਦੀ, ਸਾਰੀ ਦੇਸ਼ ਕੌਮ ਵਾਸਤੇ ਤੇ ਗੁਰੂ ਘਰ ਦੀ ਪਵਿੱਤਰਤਾ ਵਾਸਤੇ, ਅਕਾਲ ਤਖਤ ਸਾਹਿਬ ਵਾਸਤੇ ਆਪਣਾ ਸਰੀਰ ਉਹਨਾਂ ਨੇ ਦੇ ਦਿੱਤਾ। ਗੁਰੂ ਨਾਨਕ ਮਹਾਰਾਜ ਨੂੰ, ਗੁਰੂ ਕਲਗੀਧਰ ਪਿਤਾ ਜੀ ਨੂੰ ਸ਼ਹੀਦੀ ਪਾ ਲਈ। ਤੇ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਬੇਟੀ ਸਤਵੰਤ ਕੌਰ, ਇਹਨਾਂ ਨੇ ਵੀ ਕਿੰਨੇ ਬਚਨ ਸੁਣਾਏ ਪਰਮੇਸ਼ਰ ਦੇ ਸੰਬੰਧ ਵਿੱਚ। ਸਾਰੇ ਕਿੰਨੇ ਕਰਮਾਂ ਵਾਲੇ ਹੋ, ਕਿੰਨਾ ਲਾਭ ਉਠਾਇਆ। ਯਤਨ ਕਰੀਏ। ਆਪਣੇ ਕੋਲੇ ਹੁਣ ਸਿਰਫ ਇੱਕ ਕੱਲ ਦਾ ਦਿਨ ਹੈ। ਯਤਨ ਕਰੀਏ ਆਪਾਂ ਵੀ ਉਸ ਗੁਰੂ ਨਾਲ ਜੁੜ ਜਾਈਏ ਜਿਹੜਾ ਗੁਰੂ ਆਪਣੇ ਪਿਆਰਿਆਂ ਦਾ ਇੰਨਾ ਪਿਆਰ ਕਰਦਾ ਹੈ। ਤੇ ਆਪਣਾ ਬਚਨ ਭਾਵੇਂ ਬਦਲ ਲਵੇ, ਉਹਨਾਂ ਦਾ ਨਹੀਂ ਬਦਲਣ ਦਿੰਦਾ, ਉਹਨਾਂ ਦਾ ਪੂਰਾ ਕਰ ਦਿੰਦਾ ਹੈ। ਇੰਨਾ ਪਿਆਰ ਦੇਣ ਵਾਲਾ ਕੌਣ ਗੁਰੂ ਹੈ। ਖਾਲਸੇ ਵਾਸਤੇ ਮਹਾਰਾਜ ਜੀ ਨੇ ਕਿੰਨਾ ਕੁਛ ਲਿਖਿਆ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਅੱਜ ਤੱਕ ਕਿਸੇ ਨੇ ਲਿਖਿਆ ਨਹੀਂ ਤੇ ਇਹਨਾਂ ਨੇ ਕਰਕੇ ਵੀ ਦਿਖਾਇਆ ਸਾਰਾ ਕੁਛ। ਸਾਰਾ ਜੀਵਨ ਇਹਨਾਂ ਦਾ ਤੁਹਾਡੇ ਸਾਰਿਆਂ ਨੂੰ ਹੀ ਪਤਾ ਹੈ। ਆਪਾਂ ਯਤਨ ਕਰੀਏ ਇਹ ਜੀਵਨ ਸਫਲਾ ਹੋ ਜਾਏ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਆਪਾਂ ਉਹ ਸਾਧੂਆਂ ਦੀ ਯਾਦ ਮਨਾ ਰਹੇ ਹਾਂ ਜਿਹਦਾ ਮਹਾਨ ਫਲ ਹੈ, ਇੱਕ ਇੱਕ ਲਮਹੇ ਦਾ ਵੀ ਬੇਅੰਤ ਫਲ ਹੈ। ਇਤਨੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।